ਤੁਸੀਂ ਇੱਕ ਗੱਲ ਬਾਰੇ ਸੋਚੋ ਕਿ ਇੱਕ ਲੜਕਾ ਹੈ ਜੋ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹੈ। ਉਹ ਲੜਕਾ ਪੜ੍ਹਾਈ ਲਿਖਾਈ ਦੇ ਵਿੱਚ ਵੀ ਕਾਫੀ ਕਮਜ਼ੋਰ ਹੈ ਤੇ ਚੰਗੇ ਨੰਬਰ ਵੀ ਨਹੀਂ ਲੈ ਕੇ ਆਉਂਦਾ ਤੇ ਇੰਨਾ ਹੀ ਨਹੀਂ, ਉਹ ਲੜਕਾ ਬੋਲਣ ਦੇ ਸਮੇਂ ਹਕਲਾਉਂਦਾ ਵੀ ਹੈ ਤੇ ਆਪਣੇ ਇਸ ਹਕਲਾਉਣ ਦੇ ਕਾਰਨ ਉਹ ਚੰਗੀ ਤਰ੍ਹਾਂ ਨਾਲ ਬੋਲ ਵੀ ਨਹੀਂ ਸਕਦਾ। ਜੇਕਰ ਹੁਣ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਇਹੋ ਜਿਹੇ ਇੱਕ ਲੜਕੇ ਦਾ ਭਵਿੱਖ ਕੀ ਹੋਵੇਗਾ, ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਕੇ ਦਿਖਾ ਸਕੂਗਾ, ਤੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ? ਤੇ ਯਕੀਨਨ ਜ਼ਿਆਦਾਤਰ ਇਨਸਾਨਾਂ ਨੂੰ ਆਪਣੇ ਵਿੱਚੋਂ ਇਹੀ ਲੱਗੇਗਾ ਕਿ ਇਸ ਤਰ੍ਹਾਂ ਦਾ ਲੜਕਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਜ਼ਿਆਦਾ ਨਹੀਂ ਕਰ ਸਕੇਗਾ। ਤੇ ਇੱਥੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਉਹ ਲੜਕਾ ਮਿਹਨਤ ਕਰੇ ਤਾਂ ਉਹ ਇੱਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਹੈ। ਹਾਂਜੀ, ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਇਸ ਟਾਈਮ ਅਸੀਂ ਜਿਸ ਲੜਕੇ ਦੀ ਗੱਲ ਕਰ ਰਹੇ ਹਾਂ ਉਹ ਲੜਕਾ ਹੈ ਜੋ ਬਾਈਡਨ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ ਬਾਈਡਨ ਦੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਉਹਨਾਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੱਕ ਦੀ ਪੂਰੀ ਸੰਘਰਸ਼ ਦੀ ਕਹਾਣੀ ਨੂੰ ਦੱਸਾਂਗੇ। ਸੋ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋ ਟੀਵੀ। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ ਇਸ ਨੂੰ ਸਬਸਕ੍ਰਾਈਬ ਕਰਦੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਨੋਟੀਫਿਕੇਸ਼ਨ ਮਿਲ ਸਕੇ, ਕਿਉਂਕਿ ਮੈਂ ਇਹਦਾ ਨੌਲੇਜ ਵਾਲੀਆਂ ਵੀਡੀਓ ਅਪਲੋਡ ਕਰਦਾ ਰਹਿਣਾ ਹਾਂ। ਹਾਲ ਹੀ ਦੇ ਵਿੱਚ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਜੋ ਬਾਈਡਨ ਦਾ ਜੀਵਨ ਬਹੁਤ ਹੀ ਦੁੱਖਾਂ ਨਾਲ ਭਰਿਆ, ਔਖਾ ਅਤੇ ਸੰਘਰਸ਼ ਦੇ ਨਾਲ ਭਰਿਆ ਹੋਇਆ ਹੈ। ਉਹ ਖੁਦ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹਨ ਕਿ ਜੇਕਰ ਇਨਸਾਨ ਆਪਣਾ ਕੰਮ ਪੂਰੀ ਇਮਾਨਦਾਰੀ ਦੇ ਨਾਲ ਕਰੇ ਤਾਂ ਉਸ ਨੂੰ ਕਾਮਯਾਬੀ ਤੋਂ ਕੋਈ ਵੀ ਨਹੀਂ ਰੋਕ ਸਕਦਾ। ਬਾਈਡਨ ਦੀ ਇਸ ਕਾਮਯਾਬੀ ਦੇ ਪਿੱਛੇ ਉਹਨਾਂ ਦੇ ਜੀਵਨ ਭਰ ਦੀ ਮਿਹਨਤ ਅਤੇ ਉਹਨਾਂ ਦਾ ਸੰਘਰਸ਼ ਸ਼ਾਮਲ ਹੈ। ਅਸਲ ਦੇ ਵਿੱਚ ਜੋ ਬਾਈਡਨ ਦੀ ਸੰਘਰਸ਼ ਭਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 20 ਨਵੰਬਰ 1942 ਤੋਂ, ਕਿਉਂਕਿ ਇਸੇ ਦਿਨ ਪੈਂਸਿਲਵੇਨੀਆ ਰਾਜ ਦੇ ਸਕੈਂਟਨ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਜਨਮ ਦੇ ਸਮੇਂ ਤੋਂ ਬਾਈਡਨ ਦਾ ਪੂਰਾ ਨਾਮ ਜੋਸਫ ਰੈਬਿਟਨ ਬਾਈਡਨ ਜੂਨੀਅਰ ਰੱਖਿਆ ਗਿਆ ਸੀ, ਜਦਕਿ ਉਹਨਾਂ ਦੇ ਪਿਤਾ ਦਾ ਨਾਮ ਜੋਸਫ ਰੈਬਿਟਨ ਬਾਈਡਨ ਸੀਨੀਅਰ ਸੀ। ਬਾਈਡਨ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ 2 ਭਾਈ ਅਤੇ 1 ਭੈਣ ਵੀ ਸੀ ਤੇ 4 ਭੈਣ ਭਰਾਵਾਂ ਦੇ ਵਿੱਚੋਂ ਉਹ ਸਭ ਤੋਂ ਵੱਡੇ ਸਨ। ਬਾਈਡਨ ਇੱਕ ਉੱਪਰ ਕਲਾਸ ਮਿਡਲ ਫੈਮਿਲੀ ਦੇ ਵਿੱਚ ਪੈਦਾ ਹੋਏ ਸਨ, ਕਿਉਂਕਿ ਉਹਨਾਂ ਦੇ ਪਿਤਾ ਬਿਜ਼ਨਸਮੈਨ ਸਨ ਤੇ ਉਹ ਤੇਲ ਦਾ ਵਪਾਰ ਕਰਦੇ ਸੀ। ਵੈਸੇ ਤਾਂ ਬਾਈਡਨ ਦੇ ਪਿਤਾ ਦਾ ਕੰਮ ਕਾਫੀ ਵਧੀਆ ਚੱਲ ਰਿਹਾ ਸੀ, ਪਰ ਬਾਈਡਨ ਦੇ ਜਨਮ ਤੋਂ ਬਾਅਦ ਉਹਨਾਂ ਨੂੰ ਕੰਮ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ। ਇਸ ਨੂੰ ਬਾਈਡਨ ਦੀ ਮਾੜੀ ਕਿਸਮਤ ਕਹੀਏ ਜਾਂ ਕੁਦਰਤੀ ਸੰਜੋਗ ਕਿ ਬਾਈਡਨ ਦੇ ਦੁਨੀਆ ਦੇ ਵਿੱਚ ਆਉਂਦੇ ਹੀ ਉਹਨਾਂ ਦੇ ਪਿਤਾ ਦਾ ਕੰਮ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਤੇ ਕੰਮ ਬੰਦ ਹੋਣ ਤੋਂ ਬਾਅਦ ਬਾਈਡਨ ਦੇ ਪਿਤਾ ਨੌਕਰੀ ਦੀ ਭਾਲ ਦੇ ਵਿੱਚ ਨਿਕਲ ਗਏ ਤੇ ਹਾਲਾਤਾਂ ਨੂੰ ਦੇਖਦੇ ਹੋਏ ਉਹ ਆਪਣੇ ਪਰਿਵਾਰ ਦੇ ਲਈ ਕੋਈ ਵੀ ਛੋਟੀ ਤੋਂ ਛੋਟੀ ਨੌਕਰੀ ਕਰਨ ਨੂੰ ਤਿਆਰ ਸਨ, ਕਿਉਂਕਿ ਉਸ ਟਾਈਮ ਮੰਦੀ ਦਾ ਦੌਰ ਚੱਲ ਰਿਹਾ ਸੀ। ਇਸ ਲਈ ਉਹਨਾਂ ਨੂੰ ਨੌਕਰੀ ਮਿਲਣੀ ਬਹੁਤ ਜ਼ਿਆਦਾ ਔਖੀ ਹੋ ਗਈ। ਜਦੋਂ ਤੱਕ ਬਾਈਡਨ ਦੇ ਪਿਤਾ ਨੌਕਰੀ ਦੀ ਭਾਲ ਕਰਦੇ ਰਹੇ ਉਹਨਾਂ ਟਾਈਮ ਬਾਈਡਨ ਨੇ ਆਪਣੇ ਨਾਨਾ ਨਾਨੀ ਦੇ ਕੋਲ ਗੁਜ਼ਾਰਿਆ ਤੇ ਫਿਰ ਸਨ 1953 ਦੇ ਵਿੱਚ ਬਾਈਡਨ ਦੇ ਪਿਤਾ ਨੂੰ ਕਾਰ ਸੇਲਜ਼ਮੈਨ ਦੀ ਨੌਕਰੀ ਮਿਲ ਗਈ। ਹਾਲਾਂਕਿ ਉਹਨਾਂ ਨੂੰ ਇਹ ਨੌਕਰੀ ਡੈਲਾਵੇਅਰ 'ਚ ਮਿਲੀ ਸੀ, ਜਿਹਦੇ ਕਰਕੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਡੈਲਾਵੇਅਰ ਦੇ ਕਲੈਮੂਅਰ ਸ਼ਹਿਰ ਦੇ ਵਿੱਚ ਸ਼ਿਫਟ ਹੋਣਾ ਪਿਆ ਤੇ ਇਸ ਸ਼ਹਿਰ ਦੇ ਵਿੱਚ ਬਾਈਡਨ ਦਾ ਪੂਰਾ ਪਰਿਵਾਰ ਕਈ ਸਾਲਾਂ ਤੱਕ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਿਹਾ ਤੇ ਇਸ ਸ਼ਹਿਰ ਦੇ ਵਿੱਚ ਹੀ ਬਾਈਡਨ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਤੇ ਖਰਾਬ ਹਾਲਾਤਾਂ ਦੀ ਵਜ੍ਹਾ ਦੇ ਕਾਰਨ ਬਾਈਡਨ ਆਪਣੇ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਦੇ ਵਿੱਚ ਕਮਜ਼ੋਰ ਸਨ ਤੇ ਕਾਫੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਬਾਈਡਨ ਦੇ ਚੰਗੇ ਨੰਬਰ ਨਹੀਂ ਆਉਂਦੇ ਸਨ। ਪਰ ਪੜ੍ਹਾਈ ਲਿਖਾਈ ਦੇ ਵਿੱਚ ਕਮਜ਼ੋਰ ਬਾਈਡਨ ਖੇਡਾਂ ਦੇ ਵਿੱਚ ਉਨੇ ਹੀ ਜ਼ਿਆਦਾ ਵਧੀਆ ਸਨ। ਬਾਈਡਨ ਰਗਬੀ ਅਤੇ ਬੇਸਬਾਲ ਬਹੁਤ ਵਧੀਆ ਖੇਡਦੇ ਸਨ ਤੇ ਦੋਨੇ ਹੀ ਗੇਮਾਂ ਦੇ ਵਿੱਚ ਉਹ ਆਪਣੀ ਹਾਈ ਸਕੂਲ ਟੀਮ ਦਾ ਹਿੱਸਾ ਸਨ ਤੇ ਖੇਡਾਂ ਤੋਂ ਬਿਨਾਂ ਬਾਈਡਨ ਦੇ ਵਿੱਚ ਇੱਕ ਲੀਡਰ ਬਣਨ ਦੇ ਸਾਰੇ ਗੁਣ ਸ਼ਾਮਲ ਸਨ ਤੇ ਇਹਨਾਂ ਗੁਣਾਂ ਕਰਕੇ ਹੀ ਉਹਨਾਂ ਨੂੰ ਆਪਣੀ ਕਲਾਸ ਦਾ ਮਨੀਟਰ ਵੀ ਬਣਾਇਆ ਗਿਆ ਸੀ। ਤੇ ਉਸ ਟਾਈਮ ਕਿਸ ਨੇ ਸੋਚਿਆ ਹੋਵੇਗਾ ਕਿ ਜਿਹੜੇ ਮੁੰਡੇ ਨੂੰ ਅੱਜ ਕਲਾਸ ਦਾ ਮਨੀਟਰ ਬਣਾਇਆ ਜਾ ਰਿਹਾ ਹੈ ਉਹ ਅੱਗੇ ਜਾ ਕੇ ਇਸ ਦੇਸ਼ ਯਾਨੀ ਕਿ ਅਮਰੀਕਾ ਦਾ ਰਾਸ਼ਟਰਪਤੀ ਬਣੇਗਾ। ਬਾਈਡਨ ਨੂੰ ਸ਼ੁਰੂ ਤੋਂ ਹੀ ਭਾਸ਼ਣ ਦੇਣ ਦਾ ਕਾਫੀ ਸ਼ੌਂਕ ਸੀ, ਪਰ ਉਹ ਆਪਣੇ ਹਕਲਾਉਣ ਦੀ ਬਿਮਾਰੀ ਦੀ ਵਜ੍ਹਾ ਕਾਰਨ ਚੰਗੀ ਤਰ੍ਹਾਂ ਨਹੀਂ ਬੋਲ ਪਾਉਂਦੇ ਸੀ। ਉਹ ਜਦੋਂ ਵੀ ਵੱਡੇ ਵੱਡੇ ਲੀਡਰਾਂ ਨੂੰ ਭਾਸ਼ਣ ਦਿੰਦੇ ਹੋਏ ਦੇਖਦੇ ਸਨ ਤਾਂ ਉਸ ਟਾਈਮ ਉਹਨਾਂ ਦਾ ਵੀ ਬੜਾ ਮਨ ਕਰਦਾ ਸੀ ਕਿ ਮੈਂ ਵੀ ਇਹਨਾਂ ਦੀ ਤਰ੍ਹਾਂ ਹੀ ਭਾਸ਼ਣ ਦਵਾਂ, ਪਰ ਉਹਨਾਂ ਦੀ ਹਕਲਾਉਣ ਦੀ ਬਿਮਾਰੀ ਦੀ ਵਜ੍ਹਾ ਦੇ ਕਾਰਨ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਲੈਕਚਰ ਦੇਣ ਲੱਗਦੇ ਤਾਂ ਲੋਕ ਉਹਨਾਂ ਦੇ ਚੱਲਦੇ ਲੈਕਚਰ ਦੇ ਵਿੱਚ ਹੀ ਉਹਨਾਂ ਉੱਪਰ ਹੱਸਣ ਲੱਗਦੇ। ਉਹ ਇਕੱਲੇ ਭਾਸ਼ਣ ਦਿੰਦੇ ਟਾਈਮ ਹੀ ਨਹੀਂ ਹਕਲਾਉਂਦੇ ਸਨ, ਬਲਕਿ ਆਮ ਬੋਲਚਾਲ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਹਕਲਾਉਂਦੇ ਸਨ ਤੇ ਉਹਨਾਂ ਦੀ ਇਸ ਹਕਲਾਉਣ ਦੀ ਵਜ੍ਹਾ ਦੇ ਕਾਰਨ ਹੀ ਸਕੂਲ ਦੇ ਵਿੱਚ ਜਵਾਕ ਉਹਨਾਂ ਨੂੰ ਡੈਸ਼ ਕਹਿ ਕੇ ਚੜਾਉਂਦੇ ਸਨ। ਬਾਈਡਨ ਆਪਣੀ ਇਸ ਪ੍ਰੋਬਲਮ ਨੂੰ ਦੂਰ ਕਰਨ ਲਈ ਆਪ ਕਾਫੀ ਜ਼ਿਆਦਾ ਮਿਹਨਤ ਕਰਦੇ ਸਨ ਤੇ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਵੀ ਸੀ ਕਿ ਉਹ ਆਪਣੀ ਹਕਲਾਉਣ ਦੀ ਬਿਮਾਰੀ ਨੂੰ ਦੂਰ ਕਰਨ ਦੇ ਲਈ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਕਈ ਘੰਟੇ ਕਵਿਤਾਵਾਂ ਪੜ੍ਹਿਆ ਕਰਦੇ ਸੀ। ਇਸ ਤੋਂ ਬਿਨਾਂ ਉਹ ਆਪਣੀ ਜੀਭ ਦੇ ਉੱਪਰ ਪੱਥਰ ਰੱਖ ਕੇ ਵੀ ਬੋਲਣ ਦੀ ਕੋਸ਼ਿਸ਼ ਕਰਿਆ ਕਰਦੇ ਸੀ ਤੇ ਆਖਰਕਾਰ ਕਈ ਸਾਲਾਂ ਤੱਕ ਮਿਹਨਤ ਕਰਨ ਤੋਂ ਬਾਅਦ ਉਹ ਆਪਣੀ ਇਸ ਬਿਮਾਰੀ ਤੋਂ ਖਹਿੜਾ ਛਡਾਉਣ ਦੇ ਵਿੱਚ ਕਾਮਯਾਬ ਹੋ ਗਏ ਤੇ ਫਿਰ ਅੱਗੇ ਚੱਲ
ਕੇ ਸਾਲ 1961 ਦੇ ਵਿੱਚ ਬਾਈਡਨ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਤੇ ਉਦੋਂ ਤੱਕ ਬਾਈਡਨ ਦੇ ਪਿਤਾ ਦਾ ਕੰਮਕਾਜ ਵੀ ਕਾਫੀ ਠੀਕ ਹੋ ਗਿਆ ਸੀ ਤੇ ਉਸ ਟਾਈਮ ਤੱਕ ਬਾਈਡਨ ਦੇ ਪਿਤਾ ਨੇ ਵਿਲਮਿੰਗਟਨ ਸ਼ਹਿਰ ਦੇ ਵਿੱਚ ਇੱਕ ਘਰ ਵੀ ਖਰੀਦ ਲਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਪੂਰਾ ਪਰਿਵਾਰ ਕਿਲਮੋਰ ਤੋਂ ਵਿਲਮਿੰਗਟਨ ਦੇ ਵਿੱਚ ਸ਼ਿਫਟ ਹੋ ਗਿਆ। ਇਸ ਤੋਂ ਬਾਅਦ ਬਾਈਡਨ ਨੇ ਯੂਨੀਵਰਸਿਟੀ ਆਫ ਡੈਲਾਮੀਅਰ ਦੇ ਵਿੱਚ ਐਡਮਿਸ਼ਨ ਲੈ ਲਈ ਤੇ ਉੱਥੇ ਉਹਨਾਂ ਨੇ ਹਿਸਟਰੀ ਅਤੇ ਪੋਲੀਟੀਕਲ ਸਾਇੰਸ ਦੀ ਪੜ੍ਹਾਈ ਪੂਰੀ ਕੀਤੀ। ਪਰ ਪੜ੍ਹਾਈ ਲਿਖਾਈ ਦੇ ਵਿੱਚ ਜਿਹੜਾ ਉਹਨਾਂ ਦਾ ਹਾਲ ਸਕੂਲ ਦੇ ਵਿੱਚ ਹੋਇਆ ਕਰਦਾ ਸੀ ਉਹੀ ਯੂਨੀਵਰਸਿਟੀ ਦੇ ਵਿੱਚ ਵੀ ਰਿਹਾ। ਸਾਲ 1965 ਦੇ ਵਿੱਚ ਉਹ ਡਿਗਰੀ ਲੈਣ ਦੇ ਵਿੱਚ ਤਾਂ ਕਾਮਯਾਬ ਹੋ ਗਏ ਸਨ, ਪਰ 688 ਸਟੂਡੈਂਟ ਦੀ ਕਲਾਸ ਦੇ ਵਿੱਚ ਉਹਨਾਂ ਦਾ ਰੈਂਕ 506 ਸੀ ਤੇ ਬਾਈਡਨ ਨੂੰ C ਗ੍ਰੇਡ ਮਿਲਿਆ ਸੀ। ਇਸ ਤੋਂ ਬਾਅਦ ਬਾਈਡਨ ਨੇ ਸਿਰਾਕਿਊਰ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਲਈ ਤੇ ਉੱਥੇ ਉਹਨਾਂ ਨੇ ਲਾਅ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਯੂਨੀਵਰਸਿਟੀ ਵਿੱਚ ਹੀ ਉਹਨਾਂ ਦੀ ਮੁਲਾਕਾਤ ਉਹਨਾਂ ਦੀ ਪਹਿਲੀ ਪਤਨੀ ਨੀਲੀਆ ਹੰਟਰ ਦੇ ਨਾਲ ਹੋਈ ਤੇ ਫਿਰ ਸਾਲ 1966 ਦੇ ਵਿੱਚ ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਹੀ ਦੋਨਾਂ ਨੇ ਵਿਆਹ ਕਰਵਾ ਲਿਆ ਤੇ ਫਿਰ ਅੱਗੇ ਚੱਲ ਕੇ ਸਾਲ 1968 ਦੇ ਵਿੱਚ ਬਾਈਡਨ ਨੇ ਆਪਣੀ ਲਾਅ ਦੀ ਡਿਗਰੀ ਵੀ ਪੂਰੀ ਕਰ ਲਈ। ਪਰ ਇਸ ਵਾਰ ਵੀ ਉਹਨਾਂ ਨੇ ਪਿੱਛੇ ਤੋਂ ਹੀ ਟੌਪ ਕੀਤਾ ਸੀ ਕਿਉਂਕਿ ਇਸ ਵਾਰ ਉਹਨਾਂ ਦੀ ਕਲਾਸ ਦੇ ਵਿੱਚ 85 ਸਟੂਡੈਂਟ ਸਨ, ਜਿਨ੍ਹਾਂ ਦੇ ਵਿੱਚੋਂ ਉਹਨਾਂ ਦਾ 75ਵਾਂ ਰੈਂਕ ਸੀ। ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਬਾਈਡਨ ਪੜ੍ਹਾਈ ਲਿਖਾਈ ਦੇ ਵਿੱਚ ਜ਼ਿਆਦਾ ਵਧੀਆ ਨਹੀਂ ਸਨ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਅੰਦਰ ਕੋਈ ਕਾਬਲੀਅਤ ਦੀ ਕਮੀ ਸੀ, ਕਿਉਂਕਿ ਬਾਈਡਨ ਦੇ ਅੰਦਰ ਇੱਕ ਜ਼ਬਰਦਸਤ ਲੀਡਰ ਬਣਨ ਦੇ ਸਾਰੇ ਗੁਣ ਮੌਜੂਦ ਸਨ ਤੇ ਬਾਈਡਨ ਖੁਦ ਵੀ ਆਪਣੀ ਕਾਬਲੀਅਤ ਨੂੰ ਚੰਗੀ ਤਰ੍ਹਾਂ ਦੇ ਨਾਲ ਪਛਾਣਦੇ ਸਨ। ਇਸ ਲਈ ਬਾਈਡਨ ਨੇ ਰਾਜਨੀਤੀ ਨੂੰ ਹੀ ਆਪਣਾ ਕੈਰੀਅਰ ਚੁਣਿਆ ਤੇ ਫਿਰ ਅੱਗੇ ਕੁਝ ਸਾਲਾਂ ਦੇ ਬਾਅਦ 1970 ਦੇ ਵਿੱਚ ਬਾਈਡਨ ਨੂੰ ਕੌਂਸਲ ਦੀ ਸੀਟ ਦੇ ਲਈ ਚੁਣ ਲਿਆ ਗਿਆ, ਜਿਹਦੇ ਬਾਅਦ ਉਹ 1972 ਤੱਕ ਕੌਂਸਲ ਦੀ ਸੇਵਾ ਦੇ ਨਾਲ-ਨਾਲ ਆਪਣੀ ਲਾਅ ਦੀ ਪ੍ਰੈਕਟਿਸ ਵੀ ਕਰਦੇ ਰਹੇ ਤੇ ਉਸ ਟਾਈਮ ਲੋਕ ਬਾਈਡਨ ਦੇ ਕੰਮ ਅਤੇ ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਤੇ ਲੋਕਾਂ ਨੇ ਬਾਈਡਨ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਅਗਲੇ ਸੈਨੇਟ ਦੀ ਚੋਣ ਲੜਨੀ ਚਾਹੀਦੀ ਹੈ ਤੇ ਫਿਰ ਬਾਈਡਨ ਨੇ ਲੋਕਾਂ ਦੀ ਗੱਲ ਨੂੰ ਮੰਨਦੇ ਹੋਏ ਅਗਲੇ ਸੈਨੇਟਰ ਦੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਰ ਇਲੈਕਸ਼ਨ ਤੋਂ ਪਹਿਲਾਂ ਹੀ ਬਾਈਡਨ ਦੇ ਨਾਲ ਕੁਝ ਅਜਿਹਾ ਹੋਇਆ ਕਿ ਜਿਸ ਨੇ ਬਾਈਡਨ ਨੂੰ ਪੂਰੀ ਤਰ੍ਹਾਂ ਦੇ ਨਾਲ ਤੋੜ ਕੇ ਰੱਖ ਦਿੱਤਾ। ਅਸਲ ਦੇ ਵਿੱਚ ਹੋਇਆ ਇਹ ਸੀ ਕਿ 18 ਦਸੰਬਰ 1972 ਦੇ ਦਿਨ ਬਾਈਡਨ ਦੀ ਪਤਨੀ ਨੀਲੀਆ ਤੇ ਉਹਨਾਂ ਦੀ 1 ਸਾਲ ਦੀ ਕੁੜੀ ਦੀ ਇੱਕ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਤੇ ਇਸ ਦੁਰਘਟਨਾ ਦੇ ਵਿੱਚ ਉਹਨਾਂ ਦੇ ਦੋਵੇਂ ਲੜਕੇ ਰੌਬਰਟ ਅਤੇ ਜੋਸਫ ਦੇ ਵੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸਨ ਤੇ ਅਚਾਨਕ ਹੋਈ ਇਸ ਦੁਰਘਟਨਾ ਨੇ ਬਾਈਡਨ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ ਤੇ ਫਿਰ ਬਾਈਡਨ ਨੇ ਫੈਸਲਾ ਕਰ ਲਿਆ ਸੀ ਉਹ ਕੁਝ ਟਾਈਮ ਦੇ ਲਈ ਰਾਜਨੀਤੀ ਛੱਡ ਕੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਉੱਤੇ ਜ਼ਿਆਦਾ ਧਿਆਨ ਦੇਣਗੇ। ਪਰ ਉਸ ਟਾਈਮ ਦੇ ਸੈਨੇਟਰ ਮਾਈਕ ਕੈਸਫੀਲਡ ਨੇ ਬਾਈਡਨ ਨੂੰ ਸਮਝਾਇਆ ਕਿ ਉਹ ਚੋਣਾਂ ਦੇ ਵਿੱਚ ਪਿੱਛੇ ਨਾ ਹਟਣ ਅਤੇ ਇਲੈਕਸ਼ਨ ਜ਼ਰੂਰ ਲੜਨ। ਹਾਲਾਂਕਿ ਬਾਈਡਨ ਨੂੰ ਮਨਾਉਣ ਦੇ ਲਈ ਮਾਈਕ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪਈ, ਪਰ ਆਖਰਕਾਰ ਉਹਨਾਂ ਨੇ ਬਾਈਡਨ ਨੂੰ ਇਲੈਕਸ਼ਨ ਲੜਨ ਦੇ ਲਈ ਰਾਜੀ ਕਰ ਲਿਆ, ਜਿਸ ਤੋਂ ਬਾਅਦ ਬਾਈਡਨ ਨੇ ਇਲੈਕਸ਼ਨ ਲੜੀਆਂ ਤੇ ਸਿਰਫ 30 ਸਾਲ ਦੀ ਉਮਰ 'ਚ ਹੀ ਉਹ ਅਮਰੀਕਾ ਦੇ 6ਵੇਂ ਸਭ ਤੋਂ ਘੱਟ ਉਮਰ ਦੇ ਸੈਨੇਟਰ ਬਣ ਗਏ ਤੇ ਸਾਲ 1973 ਤੋਂ 2009 ਤੱਕ ਉਹ ਸੈਨੇਟਰ ਦੇ ਅਹੁਦੇ ਉੱਪਰ ਹੀ ਰਹੇ ਤੇ ਸੈਨੇਟਰ ਰਹਿੰਦੇ ਹੋਏ ਬਾਈਡਨ ਨੇ ਆਪਣੇ ਕੰਮਾਂ ਦੇ ਨਾਲ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਉਹ ਹਮੇਸ਼ਾ ਉਹਨਾਂ ਮੁੱਦਿਆਂ ਤੇ ਹੀ ਜ਼ਿਆਦਾ ਧਿਆਨ ਦਿੰਦੇ ਸਨ ਜਿਨ੍ਹਾਂ ਦੇ ਨਾਲ ਆਮ ਨਾਗਰਿਕ ਨੂੰ ਫਾਇਦਾ ਹੋ ਸਕੇ ਤੇ ਉਹਨਾਂ ਨੂੰ ਆਪਣੇ ਕੰਮਾਂ ਦਾ ਇਨਾਮ ਸਾਲ 2009 ਦੇ ਵਿੱਚ ਮਿਲਿਆ ਜਦੋਂ ਉਹਨਾਂ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਮਿਲਿਆ ਤੇ ਇਸ ਦੇ ਨਾਲ ਹੀ ਉਹ ਅਮਰੀਕਾ ਦੇ 47ਵੇਂ ਵਾਈਸ ਪ੍ਰੈਜ਼ੀਡੈਂਟ ਬਣ ਗਏ। ਦਰਅਸਲ ਬਰਾਕ ਓਬਾਮਾ ਤੇ ਬਾਈਡਨ ਇੱਕ ਦੂਜੇ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ ਤੇ ਕਈ ਵਾਰ ਦੋਨਾਂ ਨੂੰ ਇੱਕ ਦੂਜੇ ਦੀ ਤਾਰੀਫ ਕਰਦੇ ਹੋਏ ਵੀ ਦੇਖਿਆ ਜਾਂਦਾ ਰਿਹਾ ਹੈ ਤੇ ਇਸ ਵਾਰ ਯਾਨੀ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਵੀ ਬਰਾਕ ਓਬਾਮਾ ਬਾਈਡਨ ਦੇ ਲਈ ਚੋਣ ਰੈਲੀਆਂ ਕਰਦੇ ਹੋਏ ਦਿਸੇ। ਅਸੀਂ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦੇ ਹਾਂ ਕਿ ਬਾਈਡਨ 2020 ਦੇ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੜਨ ਦੇ ਲਈ ਜ਼ਿਆਦਾ ਸ਼ੋਰ ਨਹੀਂ ਸਨ ਤੇ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੇ ਵੋਟਾਂ ਲੜਨ ਦਾ ਆਪਣਾ ਫੈਸਲਾ ਲੈ ਲਿਆ ਤੇ ਹੁਣ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਹਨ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਫੈਸਲਾ ਬਿਲਕੁਲ ਸਹੀ ਸੀ ਤੇ ਬਾਈਡਨ ਨੇ ਵਾਅਦਾ ਵੀ ਕੀਤਾ ਸੀ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹਨ ਤਾਂ ਸਭ ਤੋਂ ਪਹਿਲਾਂ ਪੋਲਿਊਸ਼ਨ, ਵਾਤਾਵਰਣ ਬਦਲਾਅ ਅਤੇ ਗਲੋਬਲ ਵਾਰਮਿੰਗ ਜਿਹੇ ਮੁੱਦਿਆਂ ਦਾ ਹੱਲ ਗੰਭੀਰਤਾ ਦੇ ਨਾਲ ਸਭ ਤੋਂ ਪਹਿਲਾਂ ਕੱਢਣਗੇ। ਉਹਨਾਂ ਦੇ ਲਈ ਇਹ ਮੁੱਦੇ ਦੇਸ਼ ਦੇ ਲਈ ਉਨੇ ਹੀ ਜ਼ਿਆਦਾ ਮਹੱਤਵਪੂਰਨ ਨੇ ਜਿੰਨਾ ਕਿ ਦੇਸ਼ ਦੀ ਇਕਨੋਮੀ ਅਤੇ GDP ਹੈ ਤੇ ਇਸ ਦੇ ਨਾਲ ਹੀ ਬਾਈਡਨ ਨੇ ਭਾਰਤ ਨੂੰ ਲੈ ਕੇ ਕਿਹਾ ਸੀ ਕਿ ਉਹ ਭਾਰਤ ਦੇ ਸਾਰੇ ਖਾਸ ਮੁੱਦਿਆਂ ਦਾ ਹੱਲ ਕੱਢਣ ਦੇ ਲਈ ਮਦਦ ਕਰਨਗੇ। ਇਹ ਸੀ ਜੀ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਦੀ ਜੀਵਨੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।